अमृत दे घुट पी के चिड़ियां बाजां दे नाल रन विच भिड़ियां। अमृत दे घुट पी के चिड़ियां बाजां दे नाल रन विच भिड़ियां। चिड़ियां बाज हराए ने ऐसी शक्ति अमृत दे विच गिदड़ो शेर बनाए ने। ऐसी शक्ति अमृत दे विच गिदड़ो शेर बनाए ने। अमृत पीवे अमरस होवे मौत उसनू मारे ना। बिना दिया करनिया ताई दुनिया कदे वसारे ना। अमृत पीवे अमरस होवे मौत उसनू मारे ना। बिना दिया करनिया ताई दुनिया कदे वसारे ना। लखा वैरी इको सिंह ने लखा वैरी इको सिंह ने दर विच मार मकाए ने। ऐसी शक्ति अमृत दे विच गिदड़ो शेर बनाए ने। ऐसी शक्ति अमृत दे विच गिदड़ो शेर बनाए ने। अमृत पीओ सदा चिर जीवो डर डर के क्यों मरदे। माया दे जाल च फस के कूड़ा सौदा करते। अमृत पीओ सदा चिर जीवो डर डर के क्यों मरदे। माया दे जाल च फस के कूड़ा सौदा करते। मन शहीदी गने जो दे मन शहीदी गने जो दे मौत नाल फरनाए। ऐसी शक्ति अमृत दे विच गिदड़ो शेर बनाए ने। ऐसी शक्ति अमृत दे विच गिदड़ो शेर बनाए ने। अमृत गुर ते पाया सोर नार मुन जाने अमृत खोज दे सो अमृत गुर ते पाया। अमृत गुर कृपा कीनी सच्चा मन वसाया। सोर नार मुन जाने अमृत खोज दे सो अमृत गुर ते पाया। अमृत गुर कृपा कीनी सच्चा मन वसाया। बख्शिया ने सरदारियां सतगुर बख्शिया ने सरदारियां सतगुर पंज ककार बनाए ने। ऐसी शक्ति अमृत दे विच गिदड़ो शेर बनाए ने। ऐसी शक्ति अमृत दे विच गिदड़ो शेर बनाए ने।
ਦੀਆਂ ਕਰਨੀਆਂ ਨੇ ਸਾਡਾ ਸੰਗਲ ਗੁਲਾਮੀ ਦਾ ਤੋੜ ਦਿੱਤਾ। ਮੇਲ ਜੋਲ ਕੇ ਚੌਹਾਂ ਸ਼੍ਰੇਣੀਆਂ ਨੂੰ ਨਵੇਂ ਮੋੜ ਵੱਲ ਕੌਮ ਨੂੰ ਮੋੜ ਦਿੱਤਾ। ਐਸੀ ਮੁਰਦਿਆਂ ਦਿਲਾਂ ਦੇ ਵਿੱਚ ਜਾਨ ਪਾਈਓ, ਫੜ ਕੇ ਚਿੜੀ ਨੇ ਬਾਜ ਮਰੋੜ ਦਿੱਤਾ। ਇੱਕ ਹੱਥ ਮਾਲਾ ਦੂਜੇ ਤਲਵਾਰ ਦੇ ਕੇ ਸ਼ਕਤੀ ਭਗਤੀ ਨੂੰ ਇਕੱਠੀਆਂ ਜੋੜ ਦਿੱਤਾ। ਸ਼ਕਤੀ ਭਗਤੀ ਨੂੰ ਇਕੱਠੀਆਂ ਜੋੜ ਦਿੱਤਾ। ਰੱਖਿਆ ਗਈ ਗਰੀਬ ਦੀ ਕਰਨ ਬਦਲੇ, ਤੇ ਕੀਤਾ ਤੇਗ ਚੋਂ ਪੈਦਾ ਨਿਰੰਕਾਰ ਤੈਨੂੰ। ਕੰਗਾ ਕੜਾ ਕਿਰਪਾਨ ਤੇ ਕਸ਼ ਦੇ ਕੇ, ਤੇ ਦਿੱਤਾ ਕਿਸਾਨ ਦਾ ਦਾਨ ਦਤਾਰ ਤੈਨੂੰ। ਹੱਕ ਸੱਚ ਲਈ ਸਦਾ ਹੀ ਰਹੀ ਲੜਦਾ, ਹੱਕ ਸੱਚ ਲਈ ਸਦਾ ਸਦਾ ਹੱਕ ਸੱਚ ਲਈ ਸਦਾ ਹੀ ਰਹੀ ਲੜਦਾ। ਤੇ ਮਿਲੂ ਕਿਸੇ ਮੈਦਾਨੋਂ ਨਾ ਹਾਰ ਤੈਨੂੰ। ਅੰਮ੍ਰਿਤ ਦੇ ਕੇ ਤੇ ਕੋਮਲ ਜੀ ਅਮਰ ਕੀਤਾ, ਤੇ ਮੌਤ ਸਕਦੀ ਕਦੇ ਨਾ ਮਾਰ ਤੈਨੂੰ। ਮੈਂ ਨਾ ਮਰੂ ਮਰਵੋ ਸੰਸਾਰਾ, ਅੰਮ੍ਰਿਤ ਪੀ ਕੇ ਜਾਨ ਲਿਆ। ਚੰਗਿਆ ਪਰਮ ਜੋਤ ਨੂੰ ਆਪਣੇ ਵਿੱਚ ਪਹਿਚਾਨ ਲਿਆ। ਮੈਂ ਨਾ ਮਰੂ ਮਰਵੋ ਸੰਸਾਰਾ, ਅੰਮ੍ਰਿਤ ਪੀ ਕੇ ਜਾਨ ਲਿਆ। ਚੰਗਿਆ ਪਰਮ ਜੋਤ ਨੂੰ ਆਪਣੇ ਵਿੱਚ ਪਹਿਚਾਨ ਲਿਆ। ਸਤਨਾਮ ਹੀਰੇ ਪ੍ਰੀਤ ਨੇ, ਸਤਨਾਮ ਤੇ ਹੀਰੇ ਪ੍ਰੀਤ ਨੇ, ਜਸ ਉਹਨਾਂ ਦੇ ਗਾਏ ਨੇ। ਐਸੀ ਸ਼ਕਤੀ ਅੰਮ੍ਰਿਤ ਦੇ ਵਿੱਚ ਗਿੱਦੜੋ ਸ਼ੇਰ ਬਣਾਏ ਨੇ। ਐਸੀ ਸ਼ਕਤੀ ਅੰਮ੍ਰਿਤ ਦੇ ਵਿੱਚ ਗਿੱਦੜੋ ਸ਼ੇਰ ਬਣਾਏ ਨੇ। ਗਿੱਦੜੋ ਸ਼ੇਰ ਬਣਾਏ ਨੇ, ਗਿੱਦੜੋ ਸ਼ੇਰ ਬਣਾਏ ਨੇ। ਦਸ਼ਮੇਸ਼ ਪਿਤਾ ਮੈਂ ਕੀ ਆਖਾਂ ਕੀ ਅਸਰ ਵਿਖਾਇਆ ਅੰਮ੍ਰਿਤ ਨੇ। ਮਰ ਚੁੱਕਾ ਸੀ ਭਾਰਤ ਸਦੀਆਂ ਤੋਂ, ਸਾਹ ਮੁੜ ਕੇ ਪਾਇਆ ਅੰਮ੍ਰਿਤ ਨੇ। ਅਸੀਂ ਮੋਏ ਸਾਂ, ਅਸੀਂ ਮੁੱਕੇ ਸਾਂ, ਸਾਨੂੰ ਅਮਰ ਬਣਾਇਆ ਅੰਮ੍ਰਿਤ ਨੇ। ਅਸੀਂ ਗਿੱਦੜਾਂ ਵਾਂਗੂ ਜਿਉਂਦੇ ਸਾਂ, ਸਾਨੂੰ ਸ਼ੇਰ ਬਣਾਇਆ ਅੰਮ੍ਰਿਤ ਨੇ। ਅੰਮ੍ਰਿਤ ਦੇ ਅਮੁੱਕ ਭਗਤੀ ਗਿਆਨ ਤੇ ਵਿਰਾਗ ਦੇ ਸੋਮੇ ਸ਼ਬਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੇ ਇਹਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਨਤ ਮਸਤਕ ਹੋ ਕਰਕੇ ਸਮਾਧੀਆਂ ਲਾ ਕੇ ਜੁੜ ਬੈਠੀ ਸਮੁੱਚੀ ਸਾਧ ਸੰਗਤ। ਅੱਜ ਸਾਰੀ ਸੰਗਤ ਦੂਰ ਦਰੇਡੇ ਤੋਂ ਚੱਲ ਕੇ ਆਈਆਂ ਸੰਗਤਾਂ, ਖਾਲਸਾ ਪੰਥ ਦਾ ਸਿਰਜਣਾ ਦਿਹਾੜਾ, ਖਾਲਸੇ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਬੜੇ ਸਤਿਕਾਰ ਸਹਿਤ ਬਣਾਉਂਦੀਆਂ ਸੰਗਤਾਂ ਨਤਮਸਤਕ ਹੋ ਕਰਕੇ ਬਾਜਾਂ ਵਾਲੇ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਗੁਰੂ ਦੀ ਗੋਦ ਅੰਦਰ ਬਤੀਤ ਕੀਤਾ ਇੱਕ ਇੱਕ ਪਲ, ਇੱਕ ਇੱਕ ਘੜੀ ਉਹ ਗੁਰੂ ਦੇ ਲੇਖੇ ਵਿੱਚ ਲੱਗ ਜਾਵੇ। ਬਾਜਾ ਵਾਲੇ ਸਤਿਗੁਰੂ ਪਾਤਸ਼ਾਹ ਦੇ ਦਰ ਤੇ ਪ੍ਰਵਾਨ ਹੋ ਜਾਵੇ। ਆਓ ਸਤਿਕਾਰ ਸਹਿ ਸਾਰੀਆਂ ਸੰਗਤਾਂ ਸਰੀਰਕ ਤੌਰ ਤੇ ਬੈਠੀਆਂ, ਤਨ ਕਰਕੇ ਬੈਠੀਆਂ, ਮਨ ਕਰਕੇ ਵੀ ਬਾਜਾ ਵਾਲੇ ਹੋ ਕੇ ਬੈਠੀਏ। ਸੋ ਕੋਈ ਵਿਰਸਰਾ ਵਾਂਝੀ ਰਹਿ ਜਾਵੇ ਚੜ੍ਹਦੀ ਕਲਾ ਦੇ ਨਾਲ। ਖਾਲਸੇ ਦਾ ਪ੍ਰਕਾਸ਼ ਦਿਹਾੜਾ ਹੈ, ਅੱਗੇ ਪਿੱਛੇ ਕੋਈ ਢਿੱਲੇ ਹੋ ਜੇ ਗੱਲ ਵੱਖਰੀ ਏ, ਪਰ ਜਦੋਂ ਖਾਲਸੇ ਦਾ ਆਗਮਨ ਪੁਰਬ ਪ੍ਰਕਾਸ਼ ਦਿਹਾੜਾ ਅੱਜ ਵਰਲਡ ਦੇ ਵਿੱਚ, ਦੁਨੀਆ ਦੇ ਵਿੱਚ ਕੋਨੇ ਕੋਨੇ ਵਿੱਚ ਬੜੇ ਸ਼ਰਧਾ ਨਾਲ ਸਤਿਕਾਰ ਨਾਲ ਗੁਰੂ ਕੀ ਸੰਗਤਾਂ ਮਨਾਉਣਾ ਕਰਦੀਆਂ ਨੇ। ਸੋ ਚੜ੍ਹਦੀ ਕਲਾ ਦੇ ਨਾਲ ਫਤਿਹ ਦੀ ਸਾਂਝ ਪਾਓ। ਸਾਰੀ ਸੰਗਤ ਬੈਠੋ ਸੱਜ ਕੇ, ਬੁਲਾਓ ਗੱਜ ਕੇ, ਆਖੋ ਜੀ
वाहेगुरु जी का खालसा वाहेगुरु जी की फतेह। केसगढ़ का मैदान कलगीधर पातशाह गुरु गोबिंद सिंह जी महाराज हथ विच नंगी शमशीर ते सतगुरु पातशाह ने इशारा किया भाई एक सिर चाहिए है। साहिब श्री गुरु नानक देव महाराज ने आदमी तो सिख सिख तो सिंह सजाउण वास्ते गुरु नानक देव पातशाह दियां 10 जोत घुमकण पाई। लगभग 230 साल का समय 39 साल का समा बनता है। कलगीधर पातशाह बड़े चिर तो इस सोच दे विच सन कोई इहो जिहा नियारा खालसा तैयार करना चाहिए जिहदे विच ना वहम हो ना भरम हो ना पखंड हो। वो खालसा जिहड़ा जंतर मंत्र तंत्रां उत्ते कोई विश्वास रखे खालस होवे। अज 1699 की विसाखी मेरे गुरुदेव पातशाह ने चुनी है। अब्बुल तरानी औरंगजेब का एक जसूस है जिहदी ड्यूटी लाई है कि पल पल की खबर देनी आनंदपुर की धरती ते की हो रहा है। क्योंकि साहब गुरु तेग बहादुर पातशाह उन्होंने शहीदी तो बाद बहुत सरगर्मियां आनंदपुर साहब की धरती उत्ते हुई। अब्बुल तरानी एक ब्राह्मण का रूप धार के जसूस है आनंदपुर साहब की धरती उत्ते वो सारी रिपोर्ट दिल्ली दरबार नूं औरंगजेब नूं भेजदा है। आखिरी रिपोर्ट जिहदी मैं गल कीती है दोपहरे वो आखिरी रिपोर्ट ये जसूस ने भेजी कि मैं वेख रहा सां जो हकीकत संगत विच बैठा है वेख रहा पंडाल दे विच सारा नज़ारा की तकिया है। कहता मैं वेख रहा सां मेरे मुताबक 80,000 तो वध इकट्ठे ते गुरु गोबिंद सिंह महाराज ने 80,000 के इकट्ठ नूं संबोधन करके एक सीस मंगिया। एक बारी कहा चुप छा गई, दूजी बारी कहा जे तीजी बार कहना लाहौर के रहने वाले भाई दया राम जी मेरे गुरुदेव पातशाह के सन्मुख पेश होए ने। सतगुरु पातशाह कहते भाई नाम की है ते ठाम की है। कहना सच्चे पातशाह नाम है दया राम खत्री घराने नाल संबंध रखदा। ठाम किथे लाहौर तो आया सतगुरु पातशाह लाहौर। सतगुरु पातशाह कहन लगे लाहौर विच दया नाम की चीज भी हैगी है। जे लाहौर तो दया आनंदपुर साहब की धरती ते पहुंचीए ते जेड़ा प्रोग्राम असी उलीकिया है जां करन जा रहे हैं असी प्रोग्राम वो जरूर सफल होवेगा। वो दया तो बिना बंदा अधूरा है। पहला नंबर बंदे विच दया होनी चाहिए। जपजी साहब विच आपां रोज पढ़दे आ धौल धर्म दया का पूत। जेड़ा बंदा गवांढी नूं दुखी वेख के हसे ना कदे उहदे बंदे च कदे दया नहीं हुंदी। जेड़ा बंदा गवांढी दी तरक्की वेख के रोसा करे उहदे विच दया नहीं हुंदी। नाले साहिब श्री गुरु नानक देव महाराज दे शब्द सन लाहौर शहर जहर कहर सवा पहर। इत्थे अमृत वेले इबादत करन दा समय उत्थे पशुआं दा घाण हुंदा है ते ओह लाहौर जिहदे विच जहर वरतदी है जहर। भाई मरदाना जी नाल सन गुरु नानक देव महाराज दे सच्चे पातशाह। गुरु नानक देव महाराज ने पहले कहा मरदानिया आपां इत्थे ज्यादा समा नहीं रहना इत्थे जहर दा वरतारा है। ते भाई मरदाना जी कह लगे सच्चे पातशाह फिर आपां लाहौर विच आए की करना। ते गुरु नानक देव महाराज कहन लगे मरदानिया आपां धर्म दा बीज बीजन वास्ते आए हैं लाहौर दे विच। धर्म दा बीज बीजन वास्ते साहिब श्री गुरु नानक देव महाराज दे चरण पए। धन गुरु अमरदास महाराज उन्हां दे चरण पए। धन गुरु रामदास महाराज चूना मंडी लाहौर विच उन्हां दा प्रकाश होया। छेवें पातशाह मीरी पीर दे मालक गुरु हरगोबिंद महाराज जी उन्होंने भी लाहौर दे विच चरण पाए। दया दा बीज गुरु नानक देव महाराज जी बीज के गए ने। ते नाले लाहौर जिथे सब तो ज्यादा सिख इतिहास दे विच शहीदियां होईयां ने। बच्चों के टुकड़े करके बीबियां दे गलां विच हार पाए। खान बहादुर जकरिया खान ने जिथे भाई मनी सिंह दा बंद कटिया गया। भाई तारू सिंह की खोपड़ी लाई गई। पंजवें पातशाह शहीदां दे सरताज सतगुरु पातशाह जिन्होंने उबल दिया देगा विच उबालिया तत्तियां तवियां ते बिठाया तत्ते रेते सीस पवाए। वो लाहौर विच दया भी हैगी है।
ਉੱਥੋਂ ਆਇਆ ਦਇਆ। 80,000 ਦਾ ਇਕੱਠ ਵੇਖ ਰਿਹਾ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਕਿਤੇ ਗੱਲੀ ਬਾਤੀ ਕੋਈ ਪ੍ਰੋਗਰਾਮ ਉਲੀਕ ਰਹੇ ਨੇ, ਕਿਉਂਕਿ ਅੱਗੇ ਜਿਹੜੇ ਗੁਰੂ ਪਾਤਸ਼ਾਹ ਹੋਏ ਨੇ ਇਹਨਾਂ ਤੋਂ ਪਹਿਲਾਂ ਕੋਈ ਦੁਸ਼ਾਲਿਆਂ ਦੀ ਗੱਲ ਕਰਦਾ ਹੈ, ਕੋਈ ਰੁਮਾਲਿਆਂ ਦੀ ਗੱਲ ਕਰਦਾ ਹੈ, ਕੋਈ ਸ਼ਸਤਰਾਂ ਦੀ ਡਿਮਾਂਡ ਕਰਦਾ ਹੈ, ਕੋਈ ਚੰਗੇ ਘੋੜਿਆਂ ਦੀ ਡਿਮਾਂਡ ਕਰਦਾ ਹੈ। ਇਹ ਪਹਿਲਾ ਸਤਿਗੁਰੂ ਪਾਤਸ਼ਾਹ ਬਾਜਾ ਵਾਲਾ ਸਤਿਗੁਰੂ ਪਾਤਸ਼ਾਹ ਜਿਹੜੇ ਪਹਿਲੀ ਵਾਰ ਸੀਸ ਦੀ ਡਿਮਾਂਡ ਕਰ ਰਿਹਾ। ਸਾਨੂੰ ਇੱਕ ਸੀਸ ਚਾਹੀਦਾ ਹੈ। ਭਾਈ ਦਇਆ ਰਾਮ ਨੂੰ ਲੈ ਕੇ ਸਤਿਗੁਰੂ ਪਾਤਸ਼ਾਹ ਪਰਦੇ ਦੇ ਪਿੱਛੇ ਗਏ। ਕਿਰਪਾਨ ਚੱਲਣ ਦੀ ਆਵਾਜ਼ ਸੁਣੀ, ਖੜਾਕਾ ਹੋਇਆ ਤੇ ਸਤਿਗੁਰੂ ਪਾਤਸ਼ਾਹ ਜੀ ਸੀਸ ਪ੍ਰਵਾਨ ਕਰਕੇ ਦੂਜੀ ਵਾਰ ਆ ਗਏ। ਹੁਣ ਬੜਾ ਔਖਾ ਜੀ। ਜਦੋਂ ਗੁਰਦੇਵ ਪਾਤਸ਼ਾਹ ਨੇ ਕਿਹਾ ਭਾਈ ਇੱਕ ਸੀਸ ਹੋਰ ਚਾਹੀਦਾ ਹੈ, ਇਹ ਕੀ ਬਣ ਗਿਆ? ਅਸੀਂ ਤਾਂ ਸਮਝਦੇ ਆ ਕਿ ਸਤਿਗੁਰੂ ਪਾਤਸ਼ਾਹ ਕਿਤੇ ਉਦਾਂ ਹੀ ਕਹਿੰਦੇ ਨੇ, ਉਦਾਂ ਹੀ ਡਿਮਾਂਡ ਕਰਦੇ ਨੇ। ਇਹਨਾਂ ਤੇ ਵਾਕਈ ਸੀਸ ਲੈ ਲਿਆ, ਪ੍ਰਵਾਨ ਕਰ ਲਿਆ। ਨਾਲੇ ਉਦੋਂ ਸ਼ਮਸ਼ੀਰ ਨੂੰ ਰੱਤ ਲੱਗੀ, ਸਤਿਗੁਰੂ ਪਾਤਸ਼ਾਹ ਹੱਥ ਵਿੱਚ ਫੜੀਏ, ਭਾਈ ਇੱਕ ਸੀਸ ਹੋਰ ਦਵੋ, ਇੱਕ ਸੀਸ ਹੋਰ ਚਾਹੀਦਾ ਹੈ। ਤੇ ਉੱਠਿਆ ਕੌਣ ਏ? ਦਿੱਲੀ ਹਸਤਨਾਪੁਰ ਦੇ ਰਹਿਣ ਵਾਲੇ ਭਾਈ ਧਰਮ ਚੰਦ ਜੀ। ਪਹਿਲੇ ਦਇਆ, ਇਹ ਬੰਦੇ ਵਿੱਚ ਗੁਣ ਹੋਣੇ ਚਾਹੀਦੇ। ਸਭ ਤੋਂ ਪਹਿਲਾਂ ਬੰਦੇ ਵਿੱਚ ਦਇਆ ਤੇ ਦੂਜਾ ਗੁਣ ਹੋਣਾ ਚਾਹੀਦਾ ਬੰਦੇ ਅੰਦਰ ਧਰਮ। ਬੰਦਾ ਧਰਮੀ ਵੀ ਹੋਣਾ ਚਾਹੀਦਾ। ਜੇ ਦਇਆ ਪਹਿਲੇ ਆਏਗੀ ਤਾਂ ਫੇਰ ਹੀ ਬੰਦਾ ਧਰਮੀ ਹੋਏਗਾ। ਦਿੱਲੀ ਦੇ ਜਿੰਨੇ ਰਾਜੇ ਬਾਦਸ਼ਾਹ ਬਣੇ ਨੇ, ਦਇਆ ਨਹੀਂ ਸੀ। ਇਹ ਤਾਂ ਸਾਡੇ ਸਤਿਗੁਰੂ ਪਾਤਸ਼ਾਹ ਨੇ ਭਾਗ ਲਾਏ। ਉੱਥੇ ਕਿੱਥੇ ਦਇਆ ਸੀ? ਜਿੱਥੇ ਜਹਾਂਗੀਰ, ਸ਼ਾਹਜਹਾਂ ਵਰਗਿਆਂ ਨੇ, ਔਰੰਗਜ਼ੇਬ ਵਰਗਿਆਂ ਨੇ ਆਪਣੇ ਭਰਾਵਾਂ ਦਾ ਕਤਲ ਕੀਤਾ, ਆਪਣੇ ਪਿਓ ਦਾ ਕਤਲ ਕੀਤਾ, ਆਪਣੇ ਭਤੀਜਿਆਂ ਦਾ ਕਤਲ ਕਰਕੇ ਦਿੱਲੀ ਦਾ ਰਾਜ ਹਾਸਲ ਕੀਤਾ। ਤੇ ਉੱਥੇ ਦਇਆ ਕਿੱਥੇ? ਸਾਡਾ ਅੱਜ ਦਾ ਪ੍ਰਧਾਨ ਮੰਤਰੀ ਵੀ ਉੱਥੇ ਸਾਡੀ ਮੋਰਚਾ ਲੱਗਾ। ਸਾਡੇ 700 ਤੋਂ ਜ਼ਿਆਦਾ ਜਿਹੜੇ ਸਾਡੇ ਜ਼ਿਮੀਂਦਾਰ ਭਰਾ, ਉਹਨਾਂ ਨੇ ਆਪਣੀਆਂ ਜਾਨਾਂ ਵਾਰੀਆਂ ਉੱਥੇ ਮੋਰਚੇ ਦੇ ਉੱਤੇ। ਉਹਨੂੰ ਦਇਆ ਨਹੀਂ ਆਈ ਸਾਡੇ ਪ੍ਰਧਾਨ ਮੰਤਰੀ ਨੂੰ। ਸਾਡੇ ਇੰਡੀਆ ਦੇ ਪ੍ਰਧਾਨ ਮੰਤਰੀ ਵਿੱਚ ਦਇਆ ਕਿੱਥੇ? ਫਿਰ ਦਿੱਲੀ ਦੇ ਤਖਤ ਉੱਤੇ ਧਰਮ ਕਿੱਥੇ? ਜੇ ਕਹੀਏ ਵੀ ਉਹ ਧਰਮੀ ਹੈ, ਧਰਮ ਕਿੱਥੇ? ਸੋ ਦਿੱਲੀ ਦੇ ਰਹਿਣ ਵਾਲੇ ਭਾਈ ਧਰਮ ਚੰਦ ਜੀ ਤੁਰੇ ਆਉਂਦੇ ਨੇ 80,000 ਦਾ ਇਕੱਠ ਦੇ ਵਿੱਚ। ਹੁਣ ਇਹ ਲਾ ਲਓ ਬਈ 50% ਪਿੱਛੋਂ ਹੀ ਖਿਸਕ ਗਿਆ। ਇਹ ਕੀ ਹੋ ਗਿਆ? ਸਤਿਗੁਰੂ ਪਾਤਸ਼ਾਹ ਜੀ ਨੇ ਤਾਂ ਸਿੰਘ ਵੱਢਣੇ ਸ਼ੁਰੂ ਕਰ ਦਿੱਤੇ ਨੇ। ਭਾਈ ਧਰਮ ਚੰਦ ਜੀ ਦਿੱਲੀ ਹਸਤਨਾਪੁਰ ਦੇ ਰਹਿਣ ਵਾਲੇ ਗੁਰਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਜਿਵੇਂ ਆਪਣਾ ਸੀਸ ਭੇਟ ਕਰ ਰਹੇ ਨੇ, ਉਹ ਸਮੇਂ ਦੀ ਦਾਸਤਾਨ ਢਾਡੀ ਜਥਾ ਸਾਹਿਬ ਦੀ ਸੇਵਾ ਦੇ ਵਿੱਚ ਕਿਉਂ ਗਿਆ? ਧਰਮਦਾਸ ਉਠਿਆ ਧਰਮਦਾਸ, ਗਲ ਵਿੱਚ ਪੱਲਾ ਪਾ ਕੇ ਹਾਜ਼ਰ ਹੈ ਸੀਸ ਦਾਤਾ ਹੋਏ ਪਰਵਾਨ ਜੀ। ਉਠਿਆ ਧਰਮਦਾਸ तेरी है अमान जी, तन दे प्राण सबे
ਅਮਾਨ ਜੀ, ਹਾਜ਼ਰ ਹਸੀਸ ਦਾਤਾ ਹੋਵੇ ਪਰਵਾਨ ਜੀ। बख्शिंद दाता दास आन जान जी, आप बख्शिंद दाता, आप बख्शिंद दाता दास आन जान जी, हाजर हसीस दाता होवे परवान जी। कौन भगवान इंसान जी, जी किसे कहा परवाने नू सुनी जा तेरी त क्षमा उत्ते सड़ जान वाली, हो तू तो प्यार करदा है समा साड़ दी, तू तो प्यार करदा है पर क्षमा साड़ दिए, पैड़ी क्षमा है एने गुमान वाली, हो अगो कहो परवाने ने हंस के अगों कहा परवाने ने हस के दे, चोट लगी प्यार दे बाण वाली, रब दे आशिका कोल दवाई को ते सिर दे के यार मनान वाली, शीतल प्यारे दारे होवे परवान जड़ा ओरे जिहा होण भगवान इंसान जी, ओरे जिहा कौन भगवान इंसान जी, हाजर हसीस दाता होवे परवान जी। उठिया धर्मदास, उठिया धर्मदास गाली विच पल्ला पाके, हाजर हसीस दाता होवे परवान जी, उठिया धर्मदास। भाई धर्मदास जी उन्होंने आपा पेश किया कलगीधर पातशाह गुरु गोबिंद सिंह जी महाराज ना, देखो गुरदेव पातशाह ने सवाल उही कीते ने, फेर नाम ते ठाम, कहंदा जी नाम मेरा धर्मदास है, ठाम मैं दिल्ली दे रहन वाला। सतगुरु पातशाह कहन लगी पहला जिहड़ा गुण बंदे च दया, दूजा गुण बंदे विच धर्म होना चाहिए। शीश प्रवान किया, तीजी बार गुरदेव पातशाह फिर स्टेज ते आ गए। गुरु नानक दे सिखो, गुरु नानक दी सिक्खी नूं प्रफुल्लित करने वास्ते
सानू एक सीस होर चाहिदा है, एक सीस। ते तीजे वार कहण उत्ते भाई हिम्मत राय उड़ीसा दे रहण वाले, जगन्नाथपुरी दे रहण वाले भाई हिम्मत राय जी उठे ने। गुरदेव पातशाह ने सवाल किया, नाम की है ते ठाम की है, कित्थों आया भाई? सतगुरु पातशाह, ना है मेरा हिम्मत राय ते आया मैं उड़ीसा तो, जगन्नाथपुरी तो। इथों का इतिहास, उत्थे गुरुद्वारा आरती साहिब साहब श्री गुरु नानक देव महाराज की चरण छोह प्राप्त। सतगुरु पातशाह जी ने उत्थे आरती उचारण की। सतगुरु पातशाह कह लगे, ये बंदे दा तीजा गुण है, दया ते धर्म तां कायम रहिंदे ने जेकर बंदा हिम्मती होवे। बंदे विच हिम्मत होनी चाहिए है। उत्थे एक भगवान कृष्ण जी का मंदिर है, ਉਹਦੀ एक गाथा आउंदी है कि एक राजे ने ਜਿਹੜਾ ਦੇਵਤਿਆਂ ਵਿੱਚੋਂ ਸੀ, जो आ उसारी का काम करदा है, शास्त्र बनाउंदा है, विश्वकर्मा जी ਉਹਦੀ ड्यूटी लाई कि भगवान कृष्ण जी की मूर्ति बनाई जाए। पर विश्वकर्मा ने एक शर्त रखी कि जिन्ना चिर मैं मूर्ति बनावांगा ਉਹਨੂੰ कोई वेखेगा नहीं, वो पर्दे च बनेगी, जदों संपूर्ण हो गई फिर वेखनी है। वो राजा सी। दिन लंघ गए ते पता लगा कि मूर्ति जिहड़ी है बनाई जा रही है भगवान कृष्ण जी की, वो लागे पहुंच गई होनी है। उसदे मन विच तौखला पैदा होया कि मैं राजा इलाके दा, मैनू वेखनी चाहिए वो मूर्ति जाके। चोरी चोरी जाके कहंदे राजे ने वो मूर्ति वेखी। उत्थे अजे भगवान कृष्ण जी दीयां बाहां जिहड़ियां सन वो बनाउण वालियां पईयां सन, मूर्ति उत्थे ही खड़ी हो गई। वो मूर्ति दीयां बाहां है नहीं, ते जिन्ना चिर बंदे दीयां बाहां ना होण बंदा हिम्मती नहीं हो सकदा। ते नाले भाई हिम्मत राय जी, होर आपां इतिहास लै जाइए, अंबाले दे कोल गुरुद्वारा है जिहड़ा, जिथे गुरुदेव पातशाह श्री गुरु हरकृष्ण पातशाह जी ने छज्जू झीवर दे कोलों जिहड़ा गूंगा भी है ते बहरा भी है, पंडित लाल चंद दे कहण उत्ते गीता दी अर्थ करवाए सन गूंगे ते बोले कोलों। ਉਹ ਜਿਹੜੇ गूंगे ते बोले इनसान उत्ते गुरु दी बख्शिश हो जावे ते भाई हिम्मत राय ते क्यों नहीं होगी? ये ਉਹਦਾ पोता है, छज्जू झीवर दा पोता भाई हिम्मत राय। वो तीजी वार कहण उत्ते गुरुदेव पातशाह दे सन्मुख पेश होया है। सतगुरु पातशाह कहन लगे, आ भाई हिम्मत राय तेरी जरूरत है। मेरे सतगुरु पातशाह तीजी वार भाई हिम्मत राय का सीस किवें प्रवान कर रहे हैं, भाई हिम्मत राय जी अपने आप को किवें पेश कर रहे हैं, वो समय की दास्तान ढाडी जथाबदी सेवा दे विच।
उठिया फिर हिम्मत करके, हिम्मत राए उठिया फिर हिम्मत करके, तन मन हाजिर आखदा शेर चरनी तरके, तन मन हाजिर आखदा शेर चरनी तरके। मिले जिस प्रेम दी शेर बेटा करके, दात मिले जिस प्रेम दी शेर बेटा करके। मुड़ मुड़ जन्मे मरन लई 100 वारी मर के, मुड़ मुड़ जन्मे मरन लई 100 वारी मर के। चढ़ के बेड़े तेरी पाव सागर तरके, चढ़ के बेड़े प्रेम दी पाव सागर तरके। चढ़ के बेड़े तेग दे भाव सागर तरके, बेड़े तेग दे भाव सागर तरी के। कोई पहुंचे शीतला दरवाजे हर के, कोई पहुंचे शीतला दरवाजे हर के, कोई पहुंचे शीतला दरवाजे हर के। भाई दयाराम जी, भाई धर्मदास जी, भाई हिम्मत राय जी,
ਇਹਨਾਂ ਗੁਰਸਿੱਖਾਂ ਦੇ ਸੀਸ ਪ੍ਰਵਾਨ ਕਰਕੇ ਸਤਿਗੁਰੂ ਪਾਤਸ਼ਾਹ ਜੀ ਚੌਥੀ ਵਾਰ ਫੇਰ ਸਟੇਜ ਤੇ ਆਉਂਦੇ ਨੇ ਤੇ ਕਿਵੇਂ ਫਿਰ ਸਤਿਗੁਰੂ ਪਾਤਸ਼ਾਹ ਚੌਥੇ ਸੀਸ ਦੀ ਮੰਗ ਕਰਦੇ ਨੇ ਤੇ ਚੌਥਾ ਗੁਣ ਬੰਦੇ ਵਿੱਚ ਕਿਹੜਾ ਹੋਣਾ ਚਾਹੀਦਾ ਤੇ ਕਿਹਨੇ ਆਪਣੇ ਆਪ ਨੂੰ ਪੇਸ਼ ਕੀਤਾ, ਉਹ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਕਿਉਂਕਿ ਸੰਗਤਾਂ ਹਾਜ਼ਰੀ ਭਰ ਕੇ ਵੀ ਸਰਵਣ ਕਰਦੀਆਂ ਤੇ ਮੀਡੀਆ ਰਾਹੀਂ ਘਰਾਂ ਵਿੱਚ ਬੈਠੀਆਂ ਵੀ ਸੰਗਤਾਂ ਇਹ ਸਾਰਾ ਜਿਹੜਾ ਪ੍ਰਸੰਗ ਇਹ ਸਰਵਣ ਕਰਦੀਆਂ ਨੇ। ਦਿਲ ਦੀਆਂ ਗਹਿਰਾਈਆਂ ਵਿੱਚੋਂ